छत तुहानूं दिखाना चाहांगा कि छत्तां दे हालात इस तरह ने किसी भी समय जिहड़ी है छत जिहड़ी है वो डिग सकती है तो कोई भी वड्डा हादसा जिहड़ा है वो हो सकता है। ਜਿਹੜਾ ਜੋਸ਼ੀ ਸਾਹਿਬ ਨੇ ਇੱਥੇ ਸਾਡੇ ਜਿਹੜਾ ਕਾਉਂਸਲਰ ਚੁਣਿਆ ਸੀ ਰਟੋਲ ਸਾਹਿਬ ਉਹਦੇ ਕੋਲ ਮੈਂ ਆਪਣੀ ਵਾਈਫ ਦੀ ਕੁਝ ਦਵਾਈਆਂ ਦੀ ਮਦਦ ਲੈਣ ਵਾਸਤੇ ਗਿਆ ਸਾਂ। ਮੇਰੇ ਨਾਲ ਮੌਜੂਦਾ ਸੀ ਜਿਹੜੇ ਇੱਥੋਂ ਦੇ ਵਾਰਡ ਇੰਚਾਰਜ ਉਹਨਾਂ ਨੂੰ ਨਾਲ ਲੈ ਕੇ ਗਿਆ। ਉਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਵਾਈਫ ਹਸਪੀਟਲ ਦੇ ਵਿੱਚ ਹੈ ਤੇ ਆਪਾਂ ਤੁਹਾਡੀ ਇੰਨੀ ਸੇਵਾ ਕੀਤੀ ਹੈ, ਅਸੀਂ ਤੁਹਾਡੇ ਕੋਲ ਪੈਸੇ ਨਹੀਂ ਲੈਣ ਆਏ, ਸਾਨੂੰ ਮੈਡੀਸਨ ਦੀ ਕੋਈ ਮਦਦ ਕਰ ਦਿਓ। ਲੇਕਿਨ ਉਹਨਾਂ ਨੇ ਸਾਨੂੰ ਜਵਾਬ ਇਹ ਦਿੱਤਾ ਕਿ ਮੈਂ ਮਦਦ ਨਹੀਂ ਕਰ ਸਕਦਾ, ਤੁਹਾਡੀ ਮੈਡੀਸਨ ਵੀ ਮਦਦ ਨਹੀਂ ਕਰ ਸਕਦਾ। ਵਿਕਾਸ ਪੁਰਸ਼ ਇਹ ਨਹੀਂ ਹੁੰਦਾ ਵੀ ਗਲੀਆਂ ਬਣਾ ਦਿੱਤੀਆਂ ਜਾਂ ਕਿਸੇ ਦਾ ਨਾਲੀ ਬਣਾ ਦਿੱਤੀ ਤੇ ਵਿਕਾਸ ਪੁਰਸ਼ ਬਣ ਗਏ। ਗਲੀਆਂ ਨੂੰ ਗਰੀਬਾਂ ਨੇ ਚੱਟਣਾ ਨਹੀਂ ਹੈ, ਲੇਕਿਨ ਕਿਸੇ ਦੇ ਘਰ ਰੁਜ਼ਗਾਰ ਜਾਂ ਉਹਦੇ ਘਰ ਜਿਹੜੇ ਆ ਚਲੋ ਛੱਤਾਂ ਚੋਣ ਤੇ ਨਾ, ਇਹਨਾਂ ਤੇ ਹੋ ਸਕਦਾ ਵੀ ਛੱਤਾਂ ਚੋਣ ਨਾ। ਜੋਸ਼ੀ ਦੇ ਨਾਲ ਇੰਨਾ ਰਹਿਣ ਦਿਓ, ਮੇਰੇ ਕੋਲ ਰਿਕਾਰਡ ਹੈ ਕਿ ਮੈਂ ਬੂਥਾਂ ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਆਪਾਂ ਬੈਠਦੇ ਨੇ, ਧਮਕੀਆਂ ਲੈ ਕੇ ਵੀ ਬਹਿੰਦੇ ਨੇ। ਪਰ ਅੱਜ ਸਾਡੇ ਘਰ ਦੇ ਹਾਲਾਤ ਵੇਖ ਲਓ, ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਤੇ ਜੋਸ਼ੀ ਦੇ ਨਾਲ ਬਹੁਤ ਜੁੜੇ ਸੀ ਪਰ ਤੁਹਾਡੇ ਘਰ ਨਹੀਂ ਬਣਾ ਸਕੇ। ਪੈਂਦੀ ਆ ਫਿਰ ਹਾਲਾਤ ਕਿੱਦਾਂ ਦੇ ਹੁੰਦੇ ਇੱਥੇ ਘਰ ਦੇ? ਹਾਲਾਤ ਅਸੀਂ ਉਹ ਨੁੱਕਰ ਦੇ ਵਿੱਚ ਵੜ ਕੇ ਸੁੱਤੇ ਹਾਂ। ਸਿਰਫ ਆਹ ਮਾੜੀ ਜੀ ਛੱਤ ਬਚੀ ਸੀ ਜਿੱਥੋਂ ਪਾਣੀ ਨਹੀਂ ਟਪਕਦਾ। ਮੇਰਾ ਪੱਖਾ ਵੀ ਸੜ ਗਿਆ। ਦੇਖੋ ਮੈਂ ਦਿੱਲੀ ਦੇ ਵਿੱਚ ਸਾਡੇ ਰਿਸ਼ਤੇਦਾਰ ਰਹਿੰਦੇ ਆ, ਮੈਂ ਉੱਥੋਂ ਦਿੱਲੀ ਦੀ ਖਬਰ ਸੁਣ ਕੇ ਆਇਆ। ਘੱਟ ਤੋਂ ਘੱਟ 10 ਲੋਕਾਂ ਨੂੰ ਮਿਲਿਆ, ਉਹਨਾਂ ਨੂੰ ਪੁੱਛਿਆ ਜਿਹੜੇ ਐਸੀ ਲੋਕ ਹੈ ਵੀ ਤੁਹਾਨੂੰ ਇੱਥੋਂ ਦੀ ਸਹੂਲਤ ਕੈਸੀ ਮਿਲ ਰਹੀ ਹੈ। अनिल जोशी जी विकास पुरुष कहने वाले अपने आप ਨੂੰ 10 साल तक रहे ਤੇ ਵਿਕਾਸ ਪੁਰਸ਼ ਨਹੀਂ, ਮੇਰੇ ਸਮਝ ਦੇ ਮੁਤਾਬਕ ਤੇ ਵਿਨਾਸ਼ ਪੁਰਸ਼ ਨੇ। ਦੇਸ਼ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਹੁੰਦਾ ਹੈ ਤਦ ਬਹੁਤ ਸਾਰੇ ਵੱਡੇ ਦਾਅਵੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਜਿਸ ਵਿਅਕਤੀ ਵੱਲੋਂ ਵੀ ਚੋਣ ਮੈਦਾਨ 'ਚ ਖੜੇ ਹੋਇਆ ਜਾਂਦਾ ਹੈ ਤੇ ਖਾਸ ਤੌਰ 'ਤੇ ਸਲਮ ਏਰੀਆ ਦੇ ਵਿੱਚ ਪਹੁੰਚ ਕੇ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ, ਲੇਕਿਨ ਜਦੋਂ ਉਹਨਾਂ ਵੱਲੋਂ ਜਿੱਤ ਪ੍ਰਾਪਤ ਕਰ ਲਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਦਾਅਵੇ ਨੇ ਉਹ ਖੋਖਲੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਦੀਆਂ ਹੀ ਤਸਵੀਰਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਦੀਆਂ, ਜਿੱਥੇ ਕਿ ਲੋਕਲ ਬੋਡੀ ਮਿਨਿਸਟਰ ਰਹਿ ਚੁੱਕੇ ਤੇ ਵਿਕਾਸ ਪੁਰਸ਼ ਕਹਿਣ ਵਾਲੇ ਅਨਿਲ ਜੋਸ਼ੀ ਦੇ ਇਹ ਹਲਕੇ ਦੀਆਂ ਤਸਵੀਰਾਂ ਨੇ, ਜਿੱਥੇ ਇੱਕ ਘਰ ਦੇ ਵਿੱਚ ਜੋ ਹਾਲਾਤ ਨੇ ਉਹ ਇੰਨੇ ਕੁ ਬਦ ਤੋਂ ਬੱਤਰ ਨੇ ਕਿ ਤੁਹਾਨੂੰ ਉਹ ਖੁਦ ਤਸਵੀਰਾਂ ਜਿਹੜੀਆਂ ਨੇ ਉਹ ਜਗ ਜ਼ਾਹਰ ਹੋਣਗੀਆਂ। ਮੇਰੇ ਪਿੱਛੇ ਜੋ ਘਰ ਤੁਸੀਂ ਦੇਖ ਰਹੇ ਹੋ ਬੇਸ਼ੱਕ ਮਿੱਟੀ ਦਾ ਬਣਿਆ ਹੋਇਆ ਹੈ, ਲੇਕਿਨ ਇਹ ਟ੍ਰੈਡੀਸ਼ਨਲ ਘਰ ਨਹੀਂ ਹੈ। ਇਹ ਕਿਸੇ ਵਿਅਕਤੀ ਵੱਲੋਂ ਆਪਣਾ ਜਿਹੜਾ ਘਰ ਹੈ ਉਸ ਦੀ ਛੱਤ ਨੂੰ ਬਚਾਉਣ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਲਗਾਤਾਰ ਹੀ 10 ਸਾਲ ਤੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਦੇ ਸਮੇਂ ਦੇ ਉੱਤੇ ਜੋ ਲੋਕ ਸੀਗੇ ਉਹਨਾਂ ਵੱਲੋਂ ਉਹਨਾਂ ਨੂੰ ਮੈਂਡੇਟ ਦਿੱਤਾ ਗਿਆ, ਲੇਕਿਨ ਉਸ ਤੋਂ ਬਾਅਦ 5 ਸਾਲ ਕਾਂਗਰਸ ਦੇ ਸੁਨੀਲ ਦੱਤੀ ਦੇ ਵੀ ਇੱਥੇ ਕੱਢੇ ਗਏ। ਲੇਕਿਨ ਇਸ ਘਰ ਦੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬੱਤਰ ਨੇ। ਘਰ ਦੇ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਵਿਖਾਵਾਂਗੇ ਕਿਉਂਕਿ ਬੀਤੇ ਕੁਝ 2-3 ਦਿਨ ਪਹਿਲਾਂ ਜੋ ਸੀਗਾ ਅੰਮ੍ਰਿਤਸਰ ਦੇ ਵਿੱਚ ਬਾਰਿਸ਼ ਹੁੰਦੀ ਸੀ ਤੇ ਬਾਰਿਸ਼ ਦੇ ਦੌਰਾਨ ਇਸ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਸਨ ਕਿ ਪਰਿਵਾਰ ਸਾਰਾ ਜਿਹੜਾ ਸੀਗਾ ਉਹ ਪਾਣੀ ਕੱਢਦਾ ਹੋਇਆ ਨਜ਼ਰ ਆ ਰਿਹਾ ਸੀਗਾ। ਲੇਕਿਨ ਇਸ ਦੀਆਂ ਤਸਵੀਰਾਂ ਵੀ ਜਿਹੜੀਆਂ ਸੀਗੀਆਂ ਉਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਤੁਸੀਂ ਵੇਖ ਸਕਦੇ ਹੋ ਕਿ ਅੰਦਰ ਦੇ ਹਾਲਾਤ ਜਿਹੜੇ ਨੇ, ਕਿਉਂਕਿ ਇਹ ਘਰ ਜਿਹੜਾ ਆ ਇਹ 2 ਭਰਾਵਾਂ ਦਾ ਘਰ ਹੈ, ਲੇਕਿਨ ਇੱਕੋ ਘਰ ਦੇ ਵਿੱਚ ਇੱਕ ਛੋਟਾ ਜਿਹਾ ਪਾਰਟੀਸ਼ਨ ਪਾ ਕੇ ਜੋ ਹੈ ਉਹਦੇ ਹਾਲਾਤ ਜਿਹੜੇ ਨੇ ਇਹ ਇਸ ਤਰ੍ਹਾਂ ਦੇ ਕੀਤੇ ਗਏ ਨੇ। ਛੱਤ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਛੱਤਾਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕਿਸੇ ਵੀ ਸਮੇਂ ਜਿਹੜੀ ਹੈ ਛੱਤ ਜਿਹੜੀ ਆ ਉਹ ਡਿੱਗ ਸਕਦੀ ਹੈ ਤੇ ਕੋਈ ਵੀ ਵੱਡਾ ਹਾਦਸਾ ਜਿਹੜਾ ਆ ਉਹ ਹੋ ਸਕਦਾ ਹੈ। ਲਗਾਤਾਰ ਹੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਹਲਕੇ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਵਿਕਾਸ ਪੁਰਸ਼ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਜਾਂਦੀ ਸੀਗੀ, ਲੇਕਿਨ ਕਿਤੇ ਨਾ ਕਿਤੇ ਵਿਕਾਸ ਜਿਹੜਾ ਕੀਤਾ ਹੋਇਆ ਉਹ ਵੀ ਨਜ਼ਰ ਆ ਰਿਹਾ, ਕਿਉਂਕਿ ਸਰਕਾਰਾਂ ਵੱਲੋਂ ਵੀ ਕਈ ਵਾਰ ਜਿਹੜੀਆਂ ਸੀਗੀਆਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਉਹ ਜਿਹੜੇ ਨੇ ਗਰੀਬ ਲੋਕਾਂ ਦੇ ਲਈ ਬਹੁਤ ਵੱਡੇ ਐਲਾਨ ਜਿਹੜੇ ਨੇ ਕਰ ਦਿੰਦੇ ਨੇ, ਲੇਕਿਨ ਐਲਾਨ ਜਿਹੜੇ ਨੇ ਉਹ ਵੀ ਖੋਖਲੇ ਨਜ਼ਰ ਆਉਂਦੇ ਨੇ। ਇਸ ਘਰ ਦੇ ਵਿੱਚ ਉਹ ਜਿਹੜੇ ਓਨਰ ਨੇ, ਜਿਹੜੇ ਇਸ ਘਰ ਦੇ ਮਾਲਕ ਨੇ, ਉਹ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਭਾਜੀ ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਕੈਲਾਸ਼ ਕੁਮਾਰ ਹੈ। ਕੈਲਾਸ਼ ਜੀ, ਜਿਹੜੇ ਘਰ ਦੇ ਹਾਲਾਤ ਨੇ ਇਹ ਕਦੋਂ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਔਰ ਜਿਹੜਾ ਦੇਖ ਰਿਹਾ ਕਿ ਛੱਤ ਕਿਸੇ ਸਮੇਂ ਵੀ ਡਿੱਗ ਸਕਦੀ ਹੈ, ਕਦੀ ਲੀਡਰ ਕੋ ਨਹੀਂ ਗਏ ਕਿ ਸਾਡੀ ਛੱਤ ਦੀ ਜਿਹੜੀ ਹੈ ਪੱਕੀ ਕਰਵਾਈ ਜਾਵੇ? ਸਰ ਮੈਂ ਜੋਸ਼ੀ ਸਾਹਿਬ ਦੇ ਨਾਲ 10 ਸਾਲ ਅਸੀਂ ਉਹਨਾਂ ਦੀ ਸਰਕਾਰ ਰਹੀ ਹੈ। ਅਸੀਂ 10 ਸਾਲ ਉਹਨਾਂ ਦੇ ਨਾਲ ਪੂਰੀ ਵਰਕਿੰਗ ਕੀਤੀ ਹੈ ਔਰ ਕਰੋਨਾ ਦੇ ਹਾਲਾਤ ਦੇ ਨਾਲ ਕੁਝ ਕਾਰੋਬਾਰ ਇੱਦਾਂ ਦੇ ਰਹੇ
ਕਿ ਜਿਹੜਾ ਹੱਥ ਸਾਡਾ ਟਾਈਟ ਹੋਣ ਦੇ ਕਰਕੇ ਅਸੀਂ ਆਪਣੀ ਛੱਤਾਂ ਵਗੈਰਾ ਬਦਲ ਨਹੀਂ ਸਕੇ। ਅਸੀਂ 2 ਵਾਰਾਂ ਫਾਰਮ ਉਹਨਾਂ ਦੇ ਦੌਰਾਨ ਵੀ ਭਰੇ ਹੈ, ਲੇਕਿਨ ਇਨਕੁਆਇਰੀ ਵੀ ਹੋਈ ਹੈ, ਲੇਕਿਨ ਬਣਿਆ ਕੁਛ ਨਹੀਂ। ਤੁਹਾਡੇ ਸਾਹਮਣੇ ਅੱਜ ਵੀ ਕਾਂਗਰਸ ਦੇ ਟਾਈਮ 'ਚ ਵੀ ਆਪਾਂ ਫਾਰਮ ਭਰੇ ਹੈ, ਅਜੇ ਤੱਕ ਕੋਈ ਇਨਕੁਆਇਰੀ ਨਹੀਂ ਹੋਈ। ਦੂਸਰੀ ਗੱਲ ਇਹ ਹੈ ਕਿ ਮੇਰੀ 1.5 ਸਾਲ ਵਾਈਫ ਨੂੰ ਪੂਰੀ ਹੋ ਗਿਆ। ਮੈਂ ਇਹਨਾਂ ਕੋਲ ਜਿਹੜਾ ਜੋਸ਼ੀ ਸਾਹਿਬ ਨੇ ਇੱਥੇ ਸਾਡੇ ਜਿਹੜਾ ਕਾਉਂਸਲਰ ਚੁਣਿਆ ਸੀ ਰਟੋਲ ਸਾਹਿਬ, ਉਹਦੇ ਕੋਲ ਮੈਂ ਆਪਣੀ ਵਾਈਫ ਦੀ ਕੁਛ ਦਵਾਈਆਂ ਦੀ ਮਦਦ ਲੈਣ ਵਾਸਤੇ ਗਿਆ ਸਾਂ। ਮੇਰੇ ਨਾਲ ਮੌਜੂਦਾ ਸੀ ਜਿਹੜੇ ਇੱਥੋਂ ਦੇ ਵਾਰਡ ਇੰਚਾਰਜ ਹੈ, ਉਹਨਾਂ ਨੂੰ ਨਾਲ ਲੈ ਕੇ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਵਾਈਫ ਹਸਪੀਟਲ ਦੇ ਵਿੱਚ ਹੈ ਅਤੇ ਆਪਾਂ ਤੁਹਾਡੀ ਇੰਨੀ ਸੇਵਾ ਕੀਤੀ ਹੈ, ਅਸੀਂ ਤੁਹਾਡੇ ਕੋਲ ਪੈਸੇ ਨਹੀਂ ਲੈਣ ਆਏ, ਸਾਨੂੰ ਮੈਡੀਸਨ ਦੀ ਕੋਈ ਮਦਦ ਕਰ ਦਿਓ। ਲੇਕਿਨ ਉਹਨਾਂ ਨੇ ਸਾਨੂੰ ਜਵਾਬ ਇਹ ਦਿੱਤਾ ਕਿ ਮੈਂ ਮਦਦ ਨਹੀਂ ਕਰ ਸਕਦਾ, ਤੁਹਾਡੀ ਮੈਡੀਸਨ ਵੀ ਮਦਦ ਨਹੀਂ ਕਰ ਸਕਦਾ। ਉਸ ਤੋਂ ਬਾਅਦ ਕਰੋਨਾ ਦੇ ਵਿੱਚ ਅਸੀਂ 300 ਬੋਰੀ ਆਟੇ ਦੀ ਲੈ ਕੇ ਆਏ ਹਾਂ, ਰਟੋਲ ਸਾਹਿਬ ਦੇ ਦਫ਼ਤਰ ਦੇ ਵਿੱਚ ਰੱਖੀ ਹੈ। ਰਟੋਲ ਸਾਹਿਬ ਨੇ ਸਾਨੂੰ ਬੇਤਾਬ ਹੀ ਕਹਿ ਦਿੱਤਾ ਕਿ ਇਹ ਲੋਕ ਆਟਾ ਲੈ ਚੁੱਕੇ ਆ, ਯਾਨੀ ਕਿ ਅਸੀਂ 1 ਕਿਲੋ ਆਟਾ ਵੀ ਨਹੀਂ ਆਪਣੇ ਘਰ ਲਿਆ, ਅਸੀਂ ਲੋਕਾਂ ਵਾਸਤੇ ਉਪਰਾਲਾ ਕੀਤਾ ਸੀ। ਲੇਕਿਨ ਵਿਕਾਸ ਪੁਰਸ਼ ਗੱਲ ਕੀਤੀ ਜਾਂਦੀ ਹੈ, ਅਨਿਲ ਜੋਸ਼ੀ ਕਹਿੰਦੇ ਮੈਂ ਵਿਕਾਸ ਪੁਰਸ਼ ਹਾਂ, ਬਹੁਤ ਸਾਰਾ ਵਿਕਾਸ ਜਿਹੜਾ ਆ ਉਹਨਾਂ ਦੇ ਹਲਕੇ ਦੇ ਵਿੱਚ ਹੋਇਆ। ਲੋਕ ਜਿਹੜੇ ਆ ਵਿਦੇਸ਼ਾਂ ਤੋਂ ਵੀ ਆ ਕੇ ਇੱਥੇ ਕਹਿੰਦੇ ਕਿ ਵਿਦੇਸ਼ੀ ਜਿਹੜੇ ਹਾਲਾਤ ਜਿਹੜੇ ਇੱਥੇ ਦੇਖਣ ਨੂੰ ਮਿਲਦੇ ਨੇ, ਤੁਸੀਂ ਕਿੱਦਾਂ ਸਮਝਦੇ ਹੋ ਕਿ ਵਾਕਈ ਉਹਨਾਂ ਵੱਲੋਂ ਵਿਕਾਸ ਕੀਤਾ ਗਿਆ ਕਿ ਨਹੀਂ ਕੀਤਾ ਗਿਆ? ਸਰ ਗੱਲ ਇੱਦਾਂ ਹੈ ਕਿ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ, ਮੇਰੇ ਤੋਂ ਇਲਾਵਾ ਐਸੇ ਹੋਰ ਵੀ ਇੱਥੇ ਘਰ ਹੈਗੇ ਆ, ਜਦੋਂ ਦੇਖੋਗੇ ਨਾ ਤੁਹਾਨੂੰ ਆਪ ਹੀ ਸਾਬਤ ਹੋ ਜਾਣਾ ਵੀ ਵਿਕਾਸ ਕਿੰਨਾ ਕੀਤਾ। ਲੇਕਿਨ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਸਰਕਾਰ ਵੱਲੋਂ, ਉਹ ਤਾਂ ਗਰੀਬਾਂ ਲੋਕਾਂ ਨੂੰ ਲੈਣ ਦਾ ਹੱਕ ਹੈ ਜੀ। ਅਗਰ ਫਾਰਮ ਭਰਦੇ ਆਪਾਂ ਤਾਂ ਕਿਉਂ ਨਹੀਂ ਮਿਲੀਆਂ? ਉਹਨਾਂ ਦੇ ਘਰਾਂ 'ਚ ਜਾ ਕੇ ਵੇਖੋ ਹਾਲਾਤ ਕਿੱਦਾਂ ਦੇ ਬਣੇ ਆ। ਲੇਕਿਨ ਵਿਕਾਸ ਪੁਰਸ਼ ਇਹ ਨਹੀਂ ਹੁੰਦਾ ਵੀ ਗਲੀਆਂ ਬਣਾ ਦਿੱਤੀਆਂ ਜਾਂ ਕਿਸੇ ਦਾ ਨਾਲੀ ਬਣਾ ਦਿੱਤੀ ਤੇ ਵਿਕਾਸ ਪੁਰਸ਼ ਬਣ ਗਏ। ਗਲੀਆਂ ਨੂੰ ਗਰੀਬਾਂ ਨੇ ਚੱਟਣਾ ਨਹੀਂ ਹੈ, ਲੇਕਿਨ ਕਿਸੇ ਦੇ ਘਰ ਰੁਜ਼ਗਾਰ ਜਾਂ ਉਹਦੇ ਘਰ ਜਿਹੜੇ ਆ, ਚਲੋ ਛੱਤਾਂ ਚੋਣ ਤੇ ਨਾ, ਇਹਨਾਂ ਤੇ ਹੋ ਸਕਦਾ ਵੀ ਛੱਤਾਂ ਚੋਣ ਨਾ। ਅਸੀਂ ਆਉਣ ਵਾਲੀਆਂ ਸਰਕਾਰਾਂ ਕੋਈ ਵੀ ਆ, ਅਸੀਂ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਹਾਲਾਤ ਜਿਹੜੇ ਲੋਕਾਂ ਨੂੰ ਮਾਰਨ ਵਾਲੇ, ਉੱਦਾਂ ਹੀ ਗਲ ਘੋੜ ਕੇ ਮਾਰ ਦਿਓ। ਇਹਦਾ ਫਾਇਦਾ ਕੀ ਜ਼ਿੰਦਗੀ ਦਾ ਰਹਿਣ ਦਾ? ਤੁਹਾਡੇ ਸਾਹਮਣੇ ਹੀ ਆ, ਮੈਂ ਸਾਰਾ ਅੰਦਰ ਮੇਰਾ ਚੋਇਆ 12 ਘੰਟੇ ਨਹੀਂ 24 ਘੰਟੇ ਬਰਸਾਤ ਹੋਈ ਹੈ, ਦਿਨ ਵੀ ਹੁੰਦੀ ਰਹੀ ਰਾਤ ਵੀ ਹੁੰਦੀ ਰਹੀ ਹੈ। ਮੇਰੇ ਆ ਗੱਦੇ ਵੇਖ ਲਓ ਸਾਰੇ ਭਿੱਜੇ ਪਏ ਹੈ, ਪਰ ਸਾਡੇ ਘਰ ਕਿਸੇ ਨੇ, ਮੇਰੀ ਵਾਈਫ ਗੁਜ਼ਰ ਗਈ ਹੈ। ਜੋਸ਼ੀ ਦੇ ਨਾਲ ਇੰਨਾ ਰਹਿਣ ਦਿਓ, ਮੇਰੇ ਕੋਲ ਰਿਕਾਰਡ ਹੈ ਕਿ ਮੈਂ ਬੂਥਾਂ ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਆਪਾਂ ਬੈਠਦੇ ਰਹੇ ਹਾਂ, ਧਮਕੀਆਂ ਲੈ ਕੇ ਵੀ ਬਹਿੰਦੇ ਰਹੇ ਹਾਂ। ਪਰ ਅੱਜ ਸਾਡੇ ਘਰ ਦੇ ਹਾਲਾਤ ਵੇਖ ਲਓ, ਲੋਕ ਸਾਨੂੰ ਕਹਿੰਦੇ ਆ ਵੀ ਤੁਸੀਂ ਤੇ ਜੋਸ਼ੀ ਦੇ ਨਾਲ ਬਹੁਤ ਜੁੜੇ ਸੀ, ਪਰ ਤੁਹਾਡੇ ਘਰ ਨਹੀਂ ਬਣਾ ਸਕੇ। ਤੁਹਾਡੇ ਘਰ ਨੂੰ ਚਲੋ ਇਹਨਾਂ ਨੇ ਕੋਲੋਂ ਨਹੀਂ ਦੇਣਾ ਸੀ, ਗੌਰਮੈਂਟ ਦੀ ਗ੍ਰਾਂਟ ਤੇ ਆਉਂਦੀ ਹੈ ਨਾ। ਕੀ ਕਾਰਨ ਕੀ ਸਮਝਦੇ ਇਹਦੇ ਪਿੱਛੇ ਨਾ ਗ੍ਰਾਂਟ ਦੇਣ ਦਾ? ਕੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦਾ ਹੈ? ਕਾਰਨ ਇਹਦਾ ਇਹ ਹੋ ਸਕਦਾ ਹੈ ਵੀ ਇਹ ਕੰਮ ਕਰਕੇ ਖੁਸ਼ੀ ਨਹੀਂ ਹੈ, ਵੀ ਕਿਸੇ ਦਾ ਕੰਮ ਕਰ ਦਾਂਗੇ, ਲੋਕ ਸਾਡੇ ਮਗਰ ਤੁਰੇ ਫਿਰਨ, ਅਸੀਂ ਇਹਨਾਂ ਦੇ ਅੱਗੇ ਹੋਈਏ, ਇਹ ਇਹਨਾਂ ਦੀ ਵਜ੍ਹਾ ਹੈ। ਔਰ ਮੈਂ ਇਹਨੂੰ ਬਦਲ ਕੇ ਜਦੋਂ ਇਹ ਹਾਲਾਤ ਦੇਖੇ ਤੇ ਆਪਾਂ ਚੁੱਪ ਕਰਕੇ ਆਪਣਾ ਡਿਸੀਜਨ ਜਿਹੜਾ ਬਦਲ ਦਿੱਤਾ ਤੇ ਅਸੀਂ ਕਾਂਗਰਸ ਨੂੰ ਦੇ ਵਿੱਚ ਐਡਵਾਈਡ ਹੋਏ। ਕਾਂਗਰਸ ਨੇ ਵੀ ਅੱਗੇ ਤੁਹਾਡੇ ਸਾਹਮਣੇ ਹੀ ਆ, 5 ਸਾਲ ਬੀਤ ਗਏ ਉਹਨਾਂ ਦੇ ਵੀ, ਉਹਨਾਂ ਨੇ ਵੇਖ ਲਓ ਕੀ ਕੀਤਾ। ਸਾਡੀ ਗਲੀ 'ਚ ਅੱਜ ਤੱਕ ਦੱਤੀ ਸਾਹਿਬ ਆਏ ਨਹੀਂ ਆ, ਝਾਤੀ ਨਹੀਂ ਮਾਰੀ। ਫਿਰ ਜੇ ਆਏ ਨਹੀਂ ਤੇ ਜਿਤਾਇਆ ਕਿਉਂ? ਤੁਹਾਨੂੰ ਲੱਗਾ ਗਲਤੀ ਹੋ ਗਈ ਸੀ ਉਸ ਸਮੇਂ? ਗਲਤੀ ਸਰ, ਗਲਤੀ ਤਾਂ ਹੋ ਹੀ ਜਾਂਦੀ ਆ, ਹਰ ਵਾਰੀ ਗਲਤੀ ਹੋਈ ਆ। 63 ਸਾਲ 65 ਸਾਲ ਗਲਤੀ ਹੁੰਦੀ ਰਹੀ ਆ, ਲੇਕਿਨ ਤੁਹਾਡੇ ਸਾਹਮਣੇ ਇਹ ਹਾਲਾਤ, ਹੋਰ ਵੀ ਤੁਹਾਨੂੰ ਐਸੇ ਅੱਛੇ ਘਰ ਦਿਖਾਉਂਦੇ ਆ ਇੱਦਾਂ ਦੇ, ਇਹਨਾਂ ਤੋਂ ਹੀ ਮਾੜੇ ਹਾਲਾਤ ਜਿਹੜੇ ਤੁਹਾਨੂੰ ਵਿਕਾਸ ਪੁਰਸ਼ ਦਾ ਪਤਾ ਲੱਗ ਜਾਏਗਾ ਕਿਉਂ ਕੌਣ ਹੈ ਵਿਕਾਸ ਪੁਰਸ਼। ਨਾ ਦੱਤੀ ਸਾਹਿਬ ਵਿਕਾਸ ਪੁਰਸ਼ ਹੈ ਤੇ ਨਾ ਹੀ ਜੋਸ਼ੀ ਸਾਹਿਬ ਵਿਕਾਸ ਪੁਰਸ਼ ਹੈ। ਜਦੋਂ ਬਾਰਿਸ਼ ਪੈਂਦੀ ਆ ਫਿਰ ਹਾਲਾਤ ਕਿੱਦਾਂ ਦੇ ਹੁੰਦੇ ਇੱਥੇ ਘਰ ਦੇ? ਹਾਲਾਤ ਅਸੀਂ ਉਹ ਨੁੱਕਰ ਦੇ ਵਿੱਚ ਵੜ ਕੇ ਸੁੱਤੇ ਹਾਂ। ਸਿਰਫ ਆਹ ਮਾੜੀ ਜੀ ਛੱਤ ਬਚੀ ਸੀ ਕਿ ਜਿੱਥੋਂ ਪਾਣੀ ਨਹੀਂ ਟਪਕਦਾ। ਮੇਰਾ ਪੱਖਾ ਵੀ ਸੜ ਗਿਆ, ਆਹ ਟੈਲੀਵਿਜ਼ਨ ਸੜ ਗਿਆ ਜੀ, ਮੇਰਾ ਪਾਣੀ ਦੇ ਨਾਲ ਸੜ ਗਿਆ। ਇਹ ਜ਼ਿੰਦਗੀ ਦਾ ਕੋਈ ਜੀਣਾ ਨਹੀਂ ਹੈ। ਕੀ ਲੱਗਦਾ ਹੈ ਕਿ ਜੋਸ਼ੀ ਦਾ ਵੀ ਸਾਥ ਦੇ ਕੇ ਕੋਈ ਫਾਇਦਾ ਨਹੀਂ ਮਿਲਿਆ ਤੇ ਦੱਤੀ ਦਾ ਵੀ ਕੋਈ ਸਾਥ ਦੇ ਕੇ? ਜੀ ਹੁਣ ਅਸੀਂ ਦੇਖੋ, ਆਪਣਾ ਮਨ ਦਾ ਵਿਚਾਰ ਹੈ, ਜਿਹੜਾ ਕੋਈ ਸੱਚਾ ਉੱਚਾ ਭਗਤ ਆਊਗਾ ਕੋਈ, ਅਸੀਂ ਉਹਨੂੰ ਵੋਟਾਂ ਪਾ ਦਾਂਗੇ। ਲੇਕਿਨ ਜੇ ਉਹ ਵੀ ਨਾ ਕਰ ਸਕੇ ਤੇ ਫਿਰ ਤੇ ਰੱਬ ਤੇ ਹੈ ਹੀ ਹੈ। ਇਨਸਾਨ ਰੱਬ ਦੀ ਪੂਜਾ ਕਰਦਾ ਹੈ, ਪਰਮਾਤਮਾ ਤੋਂ ਵੱਡਾ ਤਾਂ ਕੋਈ ਨਹੀਂ ਹੈ। ਫਿਰ ਇਹ ਜਿਹੜੇ ਹਾਲਾਤ ਹੈ ਇਹ ਰੱਬ ਦੇ ਅੱਗੇ ਰੱਖੇ ਜਾਂਦੇ ਆ, ਉਹ ਤੇ ਇਨਕਾਰ ਨਹੀਂ ਕਰਦਾ, ਸਮਾਨ ਤੇ ਬਦਲ ਦਿੰਦਾ। ਇਸ ਘਰ ਦੇ ਵਿੱਚ ਤੁਸੀਂ 2 ਭਰਾ ਰਹਿੰਦੇ ਹੋ? ਹਾਂਜੀ, ਅਸੀਂ 2 ਭਰਾ। ਸਾਡੀ ਮਾਤਾ ਪੂਰੀ ਹੋਈ ਨੂੰ 1.5-2 ਮਹੀਨੇ ਹੋਏ ਆ ਜੀ, ਤੇ ਮਾਤਾ ਜੀ ਸਾਡੇ ਨਾਲ ਸੀ, ਲੇਕਿਨ ਉਹ ਬਿਮਾਰ ਹੋਣ ਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਹੈ। ਪਹਿਲਾਂ ਵਾਈਫ ਦੀ ਡੈਥ ਹੋਈ ਹੈ 1.5 ਸਾਲ ਪਹਿਲਾਂ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋਈ ਹੈ।
ਤੁਹਾਨੂੰ ਪਤਾ ਵੀ ਸਾਡੀਆਂ ਕਿਹੜੀਆਂ ਨੌਕਰੀਆਂ, ਮਜ਼ਦੂਰ ਬੰਦੇ ਹਾਂ ਅਸੀਂ, ਫਿਰ ਵੀ ਇਹਨਾਂ ਦੀ ਸੇਵਾ ਕਰਦੇ ਹਾਂ ਉਹਨਾਂ ਦੇ ਵਿੱਚੋਂ ਕੱਢ ਕੇ। ਨਾ ਅਸੀਂ ਸ਼ਰਾਬ ਲਈ ਹੈ, ਨਾ ਅਸੀਂ ਪੀਂਦੇ ਹਾਂ, ਨਾ ਸਾਨੂੰ ਕੋਈ ਐਬ ਹੈ। ਲੇਕਿਨ ਸਰਕਾਰਾਂ ਤੇ ਕਹਿੰਦੀਆਂ ਕਿ ਅਸੀਂ ਚਾਹੇ ਉਹ ਬੀਜੇਪੀ ਦੀ ਸਰਕਾਰ ਹੋਵੇ ਉੱਪਰ, ਸੈਂਟਰ ਗਵਰਨਮੈਂਟ 'ਚ ਹੋਵੇ, ਕਹਿੰਦੇ ਕਿ ਅਸੀਂ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਿਆਂਦੀਆਂ ਨੇ ਜਿਸ 'ਚ ਗਰੀਬ ਲੋਕ ਜਿਹੜੇ ਨੇ ਉਹ ਬੜਾ ਫਾਇਦਾ ਲੈ ਰਹੇ ਨੇ। ਤੁਹਾਨੂੰ ਲੱਗਦਾ ਕਿ ਉਹ ਫਾਇਦਾ ਦਿੱਤਾ ਜਾ ਰਿਹਾ? ਇਹ ਸਾਨੂੰ ਤਾਂ 1 ਰੁਪਏ ਦਾ ਫਾਇਦਾ ਨਹੀਂ ਹੋਇਆ, ਤੁਹਾਡੇ ਸਾਹਮਣੇ ਹੀ ਹੈ। ਤਾਂ ਜੇ ਫਾਇਦਾ ਹੋਇਆ ਹੁੰਦਾ, ਜੋ ਕੋਈ ਇਹਨਾਂ ਨੇ ਕੰਮ ਕੀਤਾ ਹੁੰਦਾ, ਤੇ ਅੱਜ ਦਿਸਣਾ ਨਹੀਂ। ਸਾਨੂੰ ਕੀ ਦਿੱਤਾ ਇਹਨਾਂ? ਕੁਛ ਨਹੀਂ ਦਿੱਤਾ। ਤੇ ਹੁਣ ਤੁਸੀਂ ਕੀ ਸੋਚਦੇ ਹੋ, ਕੀ ਹੋਣਾ ਕੀ ਚਾਹੀਦਾ ਇਸ ਵੇਲੇ? ਹੋਣਾ ਇਹ ਚਾਹੀਦਾ ਵੀ ਜਿਹੜਾ ਵੀ ਕੋਈ ਚੰਗਾ ਪੁਰਸ਼ ਆਉਂਦਾ ਹੈ ਉਹਨੂੰ ਅਸੀਂ ਵੋਟਾਂ ਪਾਉਣ ਨੂੰ ਤਿਆਰ ਹਾਂ। ਸਾਰਾ ਪਰਿਵਾਰ ਪਾਏਗਾ? ਬਿਲਕੁਲ ਬਿਲਕੁਲ। ਕਿੰਨੀਆਂ ਵੋਟਾਂ ਤੁਹਾਡੇ? ਸਾਡੇ ਘਰ ਦੇ ਵਿੱਚ ਹੈਗੀਆਂ 10 ਕੁ ਵੋਟਾਂ ਹੈਗੀਆਂ। ਲੇਕਿਨ ਮੈਂ ਫਿਰ ਉੱਥੇ ਹੀ ਆਵਾਂਗਾ ਕਿ ਤੁਹਾਨੂੰ ਲੱਗਦਾ ਹੈ ਕਿ ਅਨਿਲ ਜੋਸ਼ੀ ਵਿਕਾਸ ਕਰ ਸਕਦੇ ਸੀ ਕਿ ਜਾਣਬੁੱਝ ਕੇ ਨਹੀਂ ਕਰਵਾਇਆ ਗਿਆ? ਉਹਨਾਂ ਨੇ ਈਗੋ ਦੇ ਵਿੱਚ ਕਿਸੇ ਦਾ ਕੰਮ ਹੀ ਨਹੀਂ ਕੀਤਾ। ਉਹਨਾਂ ਇੰਨਾ ਹੀ ਸਮਝਿਆ ਵੀ ਅਸੀਂ ਗਲੀਆਂ ਬਣਾਤੀਆਂ, ਅਸੀਂ ਇਹਨਾਂ ਨੂੰ ਨਾਲੀਆਂ, ਇਹਨਾਂ ਨੂੰ ਪਾਣੀ ਮਾੜਾ ਮੋਟਾ ਦੇ ਦਿੱਤਾ, ਬੱਤੀਆਂ ਲਵਾਤੀਆਂ। ਪਰ ਇਹ ਤਾਂ ਸਾਰੀਆਂ ਸਰਕਾਰਾਂ ਕਰਦੀਆਂ, ਨਲੀਆਂ, ਨਾਲੀਆਂ, ਗਲੀਆਂ, ਲਾਈਟਾਂ, ਇਹ ਤਾਂ ਸਾਰੀਆਂ ਕਰਦੀਆਂ ਕਿਉਂਕਿ ਉਹਨਾਂ ਦਾ ਕੰਮ ਹੈ। ਲੇਕਿਨ ਕਿਸੇ ਦੀ ਬਾਂਹ ਨਹੀਂ ਫੜੀ, ਕਿਸੇ ਗਰੀਬ ਬੰਦੇ ਦੀ, ਵੀ ਉਹਦੀ ਬਾਂਹ ਫੜ ਕੇ ਉਹਦਾ ਘਰ ਬਣਾਇਆ ਹੋਵੇ, ਦੱਸੇ, ਕੋਈ ਸ਼ੋਅ ਕਰਕੇ ਦੱਸੇ। ਕਿਸੇ ਦਾ ਇਦਾਂ ਦਾ ਕੋਈ ਕੰਮ ਨਹੀਂ ਹੋਇਆ ਜੀ। ਲੇਕਿਨ ਇਸ ਵਾਰ ਚੋਣ ਮੈਦਾਨ ਵਿੱਚ 4 ਲੋਕ ਨੇ ਇੱਥੇ, ਪਿੰਟੂ ਜੀ ਨੇ ਇੱਥੇ, ਫਿਰ ਅਨਿਲ ਜੋਸ਼ੀ ਨੇ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਇੱਕ ਤੁਹਾਡੇ ਆਜ਼ਾਦ ਉਮੀਦਵਾਰ ਵੀ ਕੋਈ ਨਾ ਕੋਈ ਹੋਏਗਾ। ਫਿਰ ਆਜ਼ਾਦ ਉਮੀਦਵਾਰ ਨੂੰ ਤੇ ਵੋਟ ਖੇਡੋਗੇ ਕਿ ਫਿਰ ਦੁਬਾਰਾ ਜਿਵੇਂ ਤੁਸੀਂ ਕਹਿੰਦੇ ਕਮਲ ਦੇ ਫੁੱਲ ਨੂੰ ਜਿਤਾ ਕੇ ਭੇਜਿਆ ਸੀ, ਦੁਬਾਰਾ ਕਮਲ ਦਾ ਫੁੱਲ ਹੀ ਖਿਲੇਗਾ? ਦੇਖੋ, ਮੈਂ ਦਿੱਲੀ ਦੇ ਵਿੱਚ ਸਾਡੇ ਰਿਸ਼ਤੇਦਾਰ ਰਹਿੰਦੇ ਆ, ਮੈਂ ਉੱਥੋਂ ਦਿੱਲੀ ਦੀ ਖਬਰ ਸੁਣ ਕੇ ਆਇਆ। ਘੱਟ ਤੋਂ ਘੱਟ 10 ਲੋਕਾਂ ਨੂੰ ਮਿਲਿਆ, ਉਹਨਾਂ ਨੂੰ ਪੁੱਛਿਆ ਜਿਹੜੇ ਐਸੀ ਲੋਕ ਹੈ ਵੀ ਤੁਹਾਨੂੰ ਇੱਥੋਂ ਦੀ ਸਹੂਲਤ ਕੈਸੀ ਮਿਲ ਰਹੀ ਹੈ। ਉਹਨਾਂ ਨੇ ਉੱਥੋਂ ਮੈਨੂੰ ਯਕੀਨ ਹੋਇਆ, ਉਹਨਾਂ ਲੋਕਾਂ ਨੇ ਯਕੀਨ ਦਿਲਾਇਆ ਵੀ ਸਾਨੂੰ ਰਾਸ਼ਨ ਵੀ ਦੇਖ ਕੇ ਆਇਆ ਮੈਂ ਕਿਸੇ ਦੇ ਘਰ, ਵੀ ਅੱਜ ਹੀ ਲੈ ਕੇ ਆਇਆ ਮੈਂ। ਉੱਥੇ ਰਾਸ਼ਨ ਵੀ ਦਿੱਤਾ ਜਾ ਰਿਹਾ, ਗਰੀਬ ਲੋਕਾਂ ਨੂੰ ਪੈਸੇ ਵੀ ਦਿੱਤੇ ਜਾ ਰਹੇ ਹੈ ਆਪਣੇ ਘਰ ਚਲਾਉਣ ਵਾਸਤੇ। ਲੇਕਿਨ ਸਾਨੂੰ ਪੈਸੇ ਨਹੀਂ ਚਾਹੀਦੇ, ਸਾਨੂੰ ਇਹ ਚਾਹੀਦਾ ਵੀ ਸਾਡਾ ਘਰ ਚੱਲੇ, ਰੁਜ਼ਗਾਰ ਮਿਲੇ। ਰੁਜ਼ਗਾਰ ਦੇ ਨਾਲ ਕਿਸੇ ਦੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਪੈਂਦੀ। ਲੇਕਿਨ ਪਿਆਰ ਤਾਂ ਤੁਹਾਡਾ ਵੀ ਹਜੇ ਵੀ ਲੱਗਦਾ ਅਨਿਲ ਜੋਸ਼ੀ ਨਾਲ ਬੜਾ, ਘਰ ਦੇ ਬਾਹਰ ਫੋਟੋਆਂ ਬਹੁਤ ਲੱਗੀਆਂ ਹੋਈਆਂ ਅਨਿਲ ਜੋਸ਼ੀ ਦੀਆਂ। ਅਨਿਲ ਜੋਸ਼ੀ ਨਾਲ ਦਿਲੋਂ ਪਿਆਰ ਕੀਤਾ, ਪਰ ਸਾਡੇ ਨਾਲ ਦਿਲੋਂ ਪਿਆਰ ਨਹੀਂ ਉਹਨਾਂ ਨੇ ਕੀਤਾ, ਕਿਉਂਕਿ ਜਿਹੜਾ ਉਹਨਾਂ ਦਾ ਕਰਿੰਦਾ ਅੱਗੇ ਖੜੇ ਕੀਤੇ ਹੈ, ਉਹਨਾਂ ਨੇ ਸਾਨੂੰ ਮੂੰਹ 'ਤੇ ਹੀ ਜਵਾਬ ਦੇ ਦਿੱਤਾ, ਅਸੀਂ ਤੁਹਾਡਾ ਇਲਾਜ ਨਹੀਂ ਕਰ ਸਕਦੇ, ਸਾਡੇ ਕੋਲ ਪੈਸੇ ਨਹੀਂ ਹੈਗੇ। ਯਾਨੀ ਕਿ 5 ਸਾਲ 10 ਸਾਲ ਉਹਨਾਂ ਨੇ ਕਮਾਈ ਵੀ ਕੀਤੀ ਹੈ, ਕਿਉਂਕਿ ਮੰਤਰੀ ਕੋਈ ਅਹੁਦਾ ਘੱਟ ਨਹੀਂ ਹੁੰਦਾ, ਬੜੀ ਪਾਵਰ ਹੁੰਦੀ ਹੈ ਉਹ 'ਚ। ਕੀ ਨਹੀਂ ਕਰਾ ਸਕਦਾ? ਘਰ ਤੇ ਉਹਨਾਂ ਦੇ ਮਾਮੂਲੀ ਚੁਟਕੀ ਮਾਰਿਆਂ ਬਣ ਜਾਂਦੇ। ਪਰ ਅੱਜ ਵੇਖ ਲਓ ਸਾਡੇ ਹਾਲਾਤ, ਇਹਨਾਂ ਦੇ ਨਾਲ ਰਹਿਣ ਦੇ ਅਸੀਂ ਟੁੱਟ ਗਏ। ਹੁਣ ਦੂਸਰੀ ਪਾਰਟੀ ਨਾਲ ਅਸੀਂ ਜੁੜਨ ਨੂੰ ਤਿਆਰ ਹਾਂ ਕਿ ਜਿਹੜਾ ਸਹੀ ਕੰਮ ਕਰੇਗਾ, ਜਿਹੜਾ ਸਾਫ ਸੁਥਰਾ ਬੰਦਾ ਹੋਊਗਾ। ਸਾਨੂੰ ਸ਼ਰਾਬ ਨਹੀਂ ਚਾਹੀਦੀ, ਨਾ ਅਸੀਂ ਸ਼ਰਾਬ ਪੀਂਦੇ ਹਾਂ, ਨਾ ਅਜੇ ਤੱਕ ਮੰਗੀ ਹੈ। ਮੈਂ ਰਿਕੁਐਸਟ ਕਰਦਾ ਵੀ ਜਿਹੜਾ ਗਰੀਬਾਂ ਲੋਕਾਂ ਦੀ ਕੋਈ ਵੀ ਹੋਵੇ, ਨੇਤਾ ਹੋਵੇ ਜਾਂ ਕੋਈ ਲੀਡਰ ਹੋਵੇ, ਬਾਂਹ ਫੜੇਗਾ। ਅਸੀਂ ਇਹ ਦਾਅਵਾ ਕਰਦੇ ਹਾਂ ਵੀ ਅਸੀਂ ਉਹਨਾਂ ਲੋਕਾਂ ਨੂੰ ਇਹਨਾਂ ਦੇ ਨਾਲ ਜੋੜਾਂਗੇ। ਧੰਨਵਾਦ। ਨਾਲ ਜੋੜਨ ਦੀ ਗੱਲ ਜਿਹੜੀ ਕੀਤੀ ਜਾ ਰਹੀ, ਲੇਕਿਨ ਇੱਕ ਵਾਰੀ ਤਸਵੀਰਾਂ ਦੁਬਾਰਾ ਤੋਂ ਦਿਖਾ ਦਿੰਦੇ ਆ ਕਿ ਇਹ ਉਹ ਘਰ ਦੀਆਂ ਤਸਵੀਰਾਂ ਨੇ ਜਿੱਥੇ 10 ਸਾਲ ਜੋ ਸੀਗਾ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ, ਲੇਕਿਨ ਉਸ ਤੋਂ ਬਾਅਦ ਕਾਂਗਰਸ ਦੇ ਜਿਹੜੇ ਨੇ ਉਹ 5 ਸਾਲ ਵੀ ਬੀਤੇ ਨੇ। ਲੇਕਿਨ ਇਸ ਘਰ ਦੇ ਵਿੱਚ ਅਨਿਲ ਜੋਸ਼ੀ ਦੀਆਂ ਤਸਵੀਰਾਂ ਹਜੇ ਵੀ ਦੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਇਸ ਵੇਲੇ ਅਨਿਲ ਜੋਸ਼ੀ ਜੋ ਨੇ ਉਹ ਅਕਾਲੀ ਦਲ ਦੇ ਉੱਤੋਂ ਭਰੋਸਾ ਜਿਹੜਾ ਜਤਾਉਂਦੇ ਹੋਏ ਨਜ਼ਰ ਆ ਰਹੇ ਸੀਗੇ, ਅਤੇ ਕੈਂਡੀਡੇਟ ਜਿਹੜੇ ਸੀਗੇ ਉਹ ਹਲਕਾ ਉੱਤਰੀ ਦੇ ਵਿੱਚ ਜਿਹੜੇ ਨੇ ਉਹ ਉਤਾਰੇ ਗਏ ਨੇ। ਲਗਾਤਾਰ ਹੀ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ, ਕਿਉਂਕਿ ਪਿਆਰ ਜਿਹੜਾ ਹੈ ਉਹਨਾਂ ਦਾ ਕਾਫੀ ਸੀਗਾ, ਕਿਉਂਕਿ ਲਗਾਤਾਰ ਬੂਥ ਵਰਕਰ ਵੀ ਰਹੇ ਨੇ, ਬੂਥ ਦੇ ਉੱਤੇ ਵੀ ਕੰਮ ਕਰਦੇ ਰਹੇ ਨੇ। ਲੇਕਿਨ ਕਿਤੇ ਨਾ ਕਿਤੇ ਜੋ ਹੈ ਉਹ ਹਾਲਾਤ ਵੱਧ ਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਲਗਾਤਾਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਜਿਹੜੀਆਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਸਨ, ਅਤੇ ਉਹਨਾਂ ਵੱਲੋਂ ਵੀ ਜਿਹੜੇ ਸੀਗੇ ਲਗਾਤਾਰ ਹੀ ਸੰਪਰਕ ਕੀਤਾ ਜਾ ਰਿਹਾ ਸੀਗਾ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਕੀਤੇ ਜਾ ਸਕਣ। ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੇ ਹਾਲਾਤ ਘਰ ਦੇ ਨੇ, ਬਾਲੇ ਬੂਲੇ ਟੁੱਟੇ ਹੋਏ ਨੇ, ਘਰ ਦੇ ਵਿੱਚ ਓਪਨ ਕਿਚਨ ਜਿਹੜੀ ਹੈ ਉਹ ਵੀ ਰੱਖੀ ਗਈ ਹੈ। ਸਰ, ਕੀ ਕਹਿਣਾ ਚਾਹੋਗੇ? ਹਾਲਾਤ ਬੜੇ ਵੱਧ ਤੋਂ ਬੱਤਰ ਨੇ, ਲੇਕਿਨ ਵਿਕਾਸ ਪੁਰਸ਼ ਤੇ ਦੂਸਰੇ ਬੰਨੇ ਸੁਨੀਲ ਦੱਤੀ ਜੀ, 15 ਸਾਲ ਰਾਜ ਹੋ ਗਿਆ, ਲੇਕਿਨ ਘਰ ਦੇ ਹਾਲਾਤ ਉੱਦਾਂ ਦੇ ਉੱਦਾਂ ਨੇ। ਬੜਾ ਮਨ ਰੋਂਦਾ ਹੈ ਇਹੋ ਜਿਹੇ ਹਾਲਾਤ ਦੇਖ ਕੇ ਕਿ ਇਹਨਾਂ ਸਰਕਾਰਾਂ ਕੋਲੋਂ ਲੋਕ ਕੀ ਉਮੀਦ ਕਰਦੇ ਨੇ। ਅਨਿਲ ਜੋਸ਼ੀ ਜੀ ਵਿਕਾਸ ਪੁਰਸ਼ ਕਹਿਣ ਵਾਲੇ ਆਪਣੇ ਆਪ ਨੂੰ 10 ਸਾਲ ਤੱਕ ਰਹੇ, ਤੇ ਵਿਕਾਸ ਪੁਰਸ਼ ਨਹੀਂ, ਮੇਰੇ ਸਮਝ ਦੇ ਮੁਤਾਬਕ ਤੇ ਵਿਨਾਸ਼ ਪੁਰਸ਼ ਨੇ। ਜਦੋਂ ਇਹਨਾਂ ਲੋਕਾਂ ਦੇ ਹਾਲਾਤ ਵੇਖੇ ਨੇ ਤੇ ਰੂਹ ਕੰਬਦੀ ਹੈ। ਦੱਤੀ ਸਾਹਿਬ ਰਹੇ
ਤਾਂ ਵੀ ਇਹਨਾਂ ਦੀ ਬਾਲਿਆਂ ਦੀ ਛੱਤ ਨਹੀਂ ਬਦਲੀ ਗਈ। ਬੜਾ ਦੁੱਖ ਹੁੰਦਾ ਹੈ ਕਿ ਸਰਕਾਰਾਂ ਸਕੀਮਾਂ ਵੀ ਲਿਆਂਦੀਆਂ, ਸਭ ਕੁਝ ਕਰਦੀਆਂ, ਲੇਕਿਨ ਇੱਕ ਗਰੀਬ ਤੱਕ ਪਹੁੰਚਦੀ ਨਹੀਂ। ਮੈਨੂੰ ਤਾਂ ਦੇਖ ਕੇ ਸਿਵਾਏ ਮਨ ਭਰਨ ਦੇ ਹੋਰ ਕੋਈ ਗੱਲ ਕਰਨ ਦੀ ਹਿੰਮਤ ਨਹੀਂ ਪੈ ਰਹੀ। ਇਹ ਪਰਿਵਾਰ ਕਹਿ ਰਿਹਾ ਕਿ 5 ਸਾਲ ਹੋ ਗਏ ਨੇ ਜੀ ਦੱਤੀ ਸਾਹਿਬ ਨੂੰ ਬਣਿਆ ਹੋਇਆ, ਲੇਕਿਨ ਇੱਕ ਵਾਰੀ ਵੀ ਉਹਨਾਂ ਨੂੰ ਮੇਰੇ ਖਿਆਲ ਇਲਾਕੇ ਦਾ ਹੀ ਨਹੀਂ ਪਤਾ ਨਾ ਕਿੰਨੀ ਇੱਥੇ ਵੋਟ ਹੈ ਜਾਂ ਕਿੰਨੀ ਇੱਥੇ ਲੋਕ ਕਿੰਨੇ ਹਾਲਾਤ ਮਾੜੇ ਚ ਲੰਘ ਰਹੇ ਨੇ। ਦੇਖੋ ਜੀ, ਮੈਂ ਵੀ ਡੋਰ ਟੂ ਡੋਰ ਜਾ ਕੇ ਕੰਪੇਨਿੰਗ ਕਰ ਰਿਹਾ ਔਰ ਇਸ ਏਰੀਏ ਨੂੰ ਗੰਡਾ ਸਿੰਘ ਵਾਲਾ, ਮਜੀਠਾ ਰੋਡ ਸ਼ਹਿਰ ਦਾ ਇੱਕ ਹਿੱਸਾ ਹੈ ਔਰ ਮੈਨੂੰ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਕਹਿਣ ਲੱਗਿਆਂ ਸ਼ਰਮ ਆਉਂਦੀ ਹੈ। ਤੁਸੀਂ ਇੱਕ ਨਹੀਂ ਮੇਰੇ ਨਾਲ ਜਾਓਗੇ, ਤੁਹਾਨੂੰ ਹੋਰ ਵੀ ਘਰ ਦਿਖਾਣਾ। ਇਹਦੇ ਨਾਲੋਂ ਵੀ ਬੱਤਰ ਹਾਲਤ ਦੇ ਵਿੱਚ ਲੋਕ ਰਹਿ ਰਹੇ ਨੇ। ਇਨਸਾਨ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਵਿੱਚ ਰਹਿ ਕੇ ਇਹੋ ਜਿਹੇ ਹਾਲਾਤਾਂ 'ਚ ਰਹਿ ਰਿਹਾ ਹੋਵੇ ਤੇ ਸਾਡੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵਾਸਤੇ ਸ਼ਰਮ ਦੀ ਗੱਲ ਹੈ। ਤੁਸੀਂ ਅਕਸਰ ਹੀ ਸਮਾਜ ਸੇਵਾ ਵੀ ਕਰਦੇ ਰਹੇ ਹੋ, ਬਹੁਤ ਤੁਹਾਡੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਸੀਗੀਆਂ। ਹੁਣ ਕੀ ਇਹਨਾਂ ਪਰਿਵਾਰ ਵਾਸਤੇ ਕੁਛ ਨਾ ਕੁਛ ਸੋਚਿਆ ਜਾਏਗਾ ਜੀ, ਜੇ ਹੋ ਸਕਿਆ ਤਾਂ? ਦੇਖੋ ਜੀ, ਮੈਂ ਇਹਨਾਂ ਨੂੰ ਓਪਨਲੀ ਕਹਿ ਕੇ ਚੱਲਿਆ ਕਿ ਸਰਕਾਰਾਂ ਤੁਹਾਡੇ ਵਾਸਤੇ ਕੁਝ ਕਰਨ ਜਾਂ ਨਾ ਕਰਨ, ਇਲੈਕਸ਼ਨ ਕੋਡ ਹਟਣ ਤੋਂ ਬਾਅਦ ਮੈਂ ਆਪਣੀ ਟੀਮ ਦੇ ਨਾਲ ਇਹਨਾਂ ਦੀਆਂ ਛੱਤਾਂ, ਇਹਨਾਂ ਦੇ ਮਕਾਨ ਜਿਹੜੇ ਬਣਵਾ ਕੇ ਦੇ ਕੇ ਜਾਵਾਂਗੇ। ਸਾਡੇ ਕੋਲ ਬਹੁਤ ਸਾਰੇ ਸ਼ਹਿਰ ਦੇ ਵਿੱਚ ਸਹਿਯੋਗੀ ਸੱਜਣ ਨੇ ਜਿਹੜੇ ਇਸ ਤਰ੍ਹਾਂ ਦੇ ਪਰਮਾਤਮਾ ਦੀ ਮਾਰ ਦੇ ਮਾਰੇ ਹੋਏ ਲੋਕ ਕਹਿ ਸਕਦੇ ਹਾਂ, ਉਹਨਾਂ ਨੂੰ ਸਪੋਰਟ ਕਰਨ ਵਾਸਤੇ ਤਿਆਰ ਬੈਠੇ ਨੇ। ਛੋਟੇ ਛੋਟੇ ਬੱਚੀਆਂ ਵੀ ਇੱਥੇ ਮੌਜੂਦ ਨੇ। ਕੀ ਲੱਗਦਾ ਕਿ ਜਿਹੜੇ ਨਾਅਰੇ ਦਿੱਤੇ ਜਾਂਦੇ ਨੇ, ਬੇਟੀ ਬਚਾਓ ਬੇਟੀ ਪੜ੍ਹਾਓ, ਸਿਰਫ ਨਾਅਰੇ ਰਹਿ ਜਾਂਦੇ ਨੇ? ਸਿਰਫ ਤੇ ਸਿਰਫ ਨਾਅਰੇ ਨੇ ਜੀ, ਉਹ ਲੋਕਾਂ ਦੀਆਂ ਗੱਲਾਂ ਦੇ ਵਿੱਚ ਜਾਂ ਲੀਡਰਾਂ ਦੀਆਂ ਜ਼ੁਬਾਨਾਂ 'ਤੇ ਰਹਿ ਜਾਂਦੇ ਨੇ। ਜ਼ਮੀਨ ਦਾ ਸੱਚ ਕੁਝ ਹੋਰ ਹੈ, ਉਹ ਤੁਸੀਂ ਕੈਮਰੇ ਦੇ ਥਰੂ ਲੋਕਾਂ ਨੂੰ ਦਿਖਾ ਸਕਦੇ ਹੋ। ਛੋਟੀ ਜੀ ਬੱਚੀ ਨਾਲ ਮੌਜੂਦ ਹੈ ਮੇਰੇ। ਬੇਟਾ ਕੀ ਨਾਮ ਹੈ ਤੁਹਾਡਾ? ਪਲਕ ਕਿਹੜੀ ਕਲਾਸ 'ਚ ਪੜ੍ਹਦੇ? ਪਹਿਲੀ ਪਹਿਲੀ ਪੜ੍ਹਦੇ ਹੋ? ਤੇ ਕਲਾਸਾਂ ਲੱਗਦੀਆਂ ਪਈਆਂ ਕਿ ਅਜੇ ਛੁੱਟੀ ਚੱਲਦੀ ਪਈ? ਛੁੱਟੀ ਆ ਜੇ ਤੇ ਫਿਰ ਆਨਲਾਈਨ ਕਲਾਸਿਸ ਕਿੱਦਾਂ ਚੱਲਦੀਆਂ? ਘਰ ਦੇ ਤੇ ਹਾਲਾਤ ਬੜੇ ਹੋਰ ਤਰ੍ਹਾਂ ਦੇ ਆ। ਆਨਲਾਈਨ ਕਲਾਸ ਲਾਉਂਦੇ ਤੁਸੀਂ? ਨਹੀਂ ਲਾਉਂਦੇ? ਫੋਨ ਨਹੀਂ ਗਾ? ਤੇ ਫਿਰ ਪੜ੍ਹਦੇ ਕਿੱਦਾਂ? ਮੇਰਾ ਪੁੱਤ ਪੜ੍ਹੂ ਕਿੱਦਾਂ? ਟਿਊਸ਼ਨ ਜਾਂਦੇ ਟਿਊਸ਼ਨ ਚਲ ਜਾਂਦੇ? ਫਿਰ ਸਿਲੇਬਸ ਕਿੱਦਾਂ ਆਉਂਦਾ? ਕਿਸੇ ਕੋਲ ਦੋਸਤ ਦਾਸ ਕੋ ਮੰਗਦੇ ਜੀ? ਕਿਤਾਬਾਂ 'ਚ ਕਿਤਾਬਾਂ ਜੋ ਫਿਰ ਪੜ੍ਹ ਲੈਂਦੇ ਤੁਸੀਂ। ਸੋ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜੀ ਬੱਚੀ ਹੈ। ਬੇਸ਼ੱਕ ਨਾਅਰੇ ਬੜੇ ਵੱਡੇ ਦਿੱਤੇ ਜਾਂਦੇ ਨੇ, ਬੇਟੀ ਬਚਾਓ ਬੇਟੀ ਪੜ੍ਹਾਓ, ਲੇਕਿਨ ਅਸਲੀਅਤ ਇਹ ਤੋਂ ਕੋਸਾਂ ਦੂਰ ਹੈ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਜਦੋਂ ਵੀ ਚੋਣਾਂ ਆਉਂਦੀਆਂ ਨੇ ਤੇ ਬਹੁਤ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਦੇ ਲੋਕਾਂ ਲਈ ਬਹੁਤ ਸਾਰੇ ਵੱਡੇ ਜਿਹੜੇ ਨੇ ਪੈਕੇਜ ਜਿਹੜੇ ਨੇ ਅਨਾਊਂਸ ਵੀ ਕੀਤੇ ਜਾਂਦੇ ਨੇ, ਲੇਕਿਨ ਕਿਤੇ ਨਾ ਕਿਤੇ ਉਹ ਅਨਾਊਂਸ ਜਿਹੜੇ ਨੇ ਉਹ ਅਨਾਊਂਸ ਅਤੇ ਪੇਪਰਾਂ ਦੇ ਵਿੱਚ ਹੀ ਨਜ਼ਰ ਆਉਂਦੇ ਨੇ। ਲੇਕਿਨ ਹਕੀਕਤ ਜਿਹੜੀ ਹੈ ਉਹ ਪੰਜਾਬੀ ਲੋਕ ਚੈਨਲ ਹਮੇਸ਼ਾ ਹੀ ਲੋਕਾਂ ਨੂੰ ਦਿਖਾਉਂਦੀ ਰਹੀ ਹੈ ਤੇ ਦਿਖਾਉਂਦੀ ਰਹੇਗੀ। ਦੂਸਰੇ ਪਾਸੇ ਵਿਕਾਸ ਪੁਰਸ਼ ਕਹਿਣ ਵਾਲੇ ਜਿਹੜੇ ਅਨਿਲ ਜੋਸ਼ੀ ਨੇ, ਉਹਨਾਂ ਦੇ ਇਲਾਕੇ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਇਹ ਜੋ ਸਾਡੇ ਭਾਈ ਸਾਹਿਬ ਸੀਗੇ ਜਿਨ੍ਹਾਂ ਦਾ ਘਰ ਸੀਗਾ, ਉਹਨਾਂ ਨਾਲ ਇਹ ਵੀ ਕਹਿਣਾ ਕਿ ਉਹ ਬੂਥ ਇੰਚਾਰਜ ਤੱਕ ਰਹੇ ਨੇ, ਲੇਕਿਨ ਹਾਲਾਤ ਜਦੋਂ ਕੋਵਿਡ ਆਇਆ ਉਸ ਤੋਂ ਬਾਅਦ ਵੱਧ ਤੋਂ ਬੱਤਰ ਹੁੰਦੇ ਗਏ। ਇੱਥੋਂ ਤੱਕ ਕਿ ਇਹਨਾਂ ਨੂੰ ਆਪਣੀ ਜਿਹੜੀ ਇਹਨਾਂ ਦੀ ਧਰਮ ਪਤਨੀ ਸੀਗੀ ਉਹ ਵੀ ਦਵਾਈ ਦੇ ਖੁਣੋਂ ਜਿਹੜੇ ਸੀਗੇ ਉਹ ਪਰਮਾਤਮਾ ਨੂੰ ਜਿਹੜਾ ਸੀਗੇ ਉਹਨਾਂ ਚਰਨਾਂ 'ਚ ਜਾ ਵਿਰਾਜੇ। ਲੇਕਿਨ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈ ਬੜੀ ਸੋਚ ਸਮਝ ਕੇ ਕਰਨ। ਅਤੇ ਦੂਸਰੇ ਪਾਸੇ ਜੋ ਲੋਕ ਦਾਅਵੇ ਕਰਦੇ ਨੇ ਉਹਨਾਂ ਦੇ ਦਾਅਵਿਆਂ ਦੀ ਸੱਚਾਈ ਕਿਸੇ ਤਰੀਕੇ ਨਾਲ ਅਸੀਂ ਸਾਹਮਣੇ ਲੈ ਕੇ ਆਵਾਂਗੇ। ਜੇ ਕੋਈ ਸੰਪਰਕ ਕਰਨਾ ਚਾਹੁੰਦਾ ਸਾਨੂੰ ਸੰਪਰਕ ਵੀ ਕਰ ਸਕਦਾ, ਕਿਉਂਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਜਦੋਂ ਅਸੀਂ ਦਿਖਾਵਾਂਗੇ ਸ਼ਾਇਦ ਲੋਕ ਜਿਹੜੇ ਨੇ ਉਹ ਜ਼ਰੂਰ ਜਾਗਰੂਕ ਹੋਣਗੇ। ਕੈਮਰਾਮੈਨ ਮਨੋਜ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।